हाँ जी, आज क्या है? आज शहीद भगत सिंह का जिस दिन उन्हें वो फांसी पे चढ़ाया गया था वो दिन है। हुँ, 23 मार्च 1931 को हुँ, लाहौर में फांसी दी गई थी उनको। तो हालांकि जो ऑर्डर थे कोर्ट के वो 24 मार्च के थे, हुँ, हुँ। लेकिन अंग्रेज इतना उनसे डरते थे कि वो एक दिन पहले ही उनको उन्हें फांसी दे दी गई। तो उनकी लाइफ हिस्ट्री देखते हैं। चलें, आज एक और वीडियो देखते हैं। सरफरोशी की तमन्ना अब हमारे दिल में है, देखना है जोर कितना ਬਾਜੂਏ ਕਾਤਲ बाजुए में है। कातिल में ਸਤਿ है। ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਦੋਸਤੋ ਅੱਜ ਆਪਾਂ ਇੱਕ ਐਸੇ ਦੇਸ਼ ਭਗਤ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਦੇਸ਼ ਲਈ ਜੰਮੇ ਤੇ ਦੇਸ਼ ਲਈ ਮਰੇ, ਜਿਨ੍ਹਾਂ ਨੇ ਸਿਰਫ 23 ਸਾਲ ਦੀ ਉਮਰ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ। ਹਾਂਜੀ, ਮੇਰੀ ਮੁਰਾਦ ਹੈ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ। ਸੋ ਦੋਸਤੋ, ਆਪਾਂ ਅੱਜ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਜੀਵਨ ਬਾਰੇ, ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੀ ਸੰਘਰਸ਼ ਕੀਤਾ, ਕਿਵੇਂ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ, ਉਹਨਾਂ ਦੇ ਪਰਿਵਾਰ ਬਾਰੇ, ਉਹਨਾਂ ਦੀ ਆਪਾਂ ਪੂਰੀ ਲਾਈਫ ਦੀ ਜਿਹੜੀ ਆਪਾਂ ਗੱਲਬਾਤ ਕਰਾਂਗੇ। ਪਰ ਦੋਸਤੋ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਜ਼ਰੂਰ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ ਤੇ ਆਪਣਾ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਮਿੱਠਾ ਕਿਉਂਕਿ ਮੈਂ ਜਿਹਾ। ਹਰ ਰੋਜ਼ ਇਸੇ ਤਰ੍ਹਾਂ ਦੀਆਂ ਜਿਹੜੀਆਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦਾ ਰਹਿੰਦਾ ਹਾਂ, ਜੋ ਮੋਟੀਵੇਸ਼ਨਲ ਵੀ ਹੁੰਦੀਆਂ ਤੇ ਜਿਹੜੇ ਮਹਾਨ ਲੋਕ ਆ ਉਹਨਾਂ ਦੇ ਜੀਵਨ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਮਾਤਾ ਵਿਦਿਆਵਤੀ ਦੀ ਕੁੱਖੋਂ ਅਤੇ ਸਰਦਾਰ ਕਿਸ਼ਨ ਸਿੰਘ ਦੇ ਘਰ ਪਿੰਡ ਬੰਗਾ, ਡਿਸਟ੍ਰਿਕਟ ਲੈਲਪੁਰ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਹੋਇਆ। ਤੇ ਉਹਨਾਂ ਨੂੰ ਬਚਪਨ ਤੋਂ ਹੀ ਦੇਸ਼ ਭਗਤੀ ਦਾ ਬਹੁਤ ਜ਼ਿਆਦਾ, ਦੇਸ਼ ਨਾਲ ਬਹੁਤ ਲਗਾਵ ਸੀ। ਉਹ ਦੇਸ਼ ਭਗਤ ਸਨ माँ ਪੱਕੇ, की काफ़ी उम्र ਕਿਉਂਕਿ थी। ਉਹਨਾਂ ਦੇ ਜਨਮ ਸਮੇਂ ਉਹਨਾਂ ਦੇ ਪਿਤਾ ਸਰਦਾਰ दादाजी। ਕਿਸ਼ਨ ਸਿੰਘ, ਉਹਨਾਂ ਦੇ ਚਾਚਾ ਜੀ ਅਜੀਤ ਸਿੰਘ ਤੇ ਸਵਰਨ ਸਿੰਘ ਉਹ ਜੇਲ੍ਹ ਵਿੱਚ ਸਨ, ਜੋ ਕਿ ਅੰਗਰੇਜ਼ਾਂ ਨਾਲ ਡਟ ਕੇ ਟਾਕਰਾ ਕਰ ਰਹੇ ਸਨ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਸੋ ਉਹਨਾਂ ਦਾ ਜਨਮ ਇੱਕ ਦੇਸ਼ ਭਗਤ ਜਿਹੜਾ ਪਰਿਵਾਰ ਸੀ ਉਸ ਵਿੱਚ ਹੋਇਆ, ਜੋ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਸਨ। ਸੋ ਭਗਤ ਸਿੰਘ ਦੇ ਮਨ ਵਿੱਚ ਵੀ, ਦਿਲ ਵਿੱਚ ਵੀ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਸੀ। ਸਰਦਾਰ ਭਗਤ ਸਿੰਘ ਨੂੰ ਬਚਪਨ ਤੋਂ ਹੀ ਆਪਣੇ ਦੇਸ਼ ਨਾਲ ਬਹੁਤ ਜ਼ਿਆਦਾ ਪਿਆਰ ਸੀ। ਇਸੇ ਕਰਕੇ ਹੀ ਇੱਕ ਵਾਰ ਦੀ ਗੱਲ ਹੈ, ਜਦੋਂ ਉਹ ਮਹਿਜ ਸਿਰਫ 5 ਸਾਲ ਦੀ ਉਮਰ ਦੇ ਸਨ ਤਾਂ ਉਹ ਆਪਣੇ ਖੇਤ ਵਿੱਚ ਜਾ ਕੇ ਬੰਦੂਕਾਂ ਤੇ ਪਿਸਤੌਲ ਜਿਹੜੇ ਉਹ ਧਰਤੀ ਵਿੱਚ ਦੱਬਣ ਲੱਗ ਪਏ। ਤੇ ਇਸ ਤੇ ਉਹਨਾਂ ਦੇ ਚਾਚਾ ਅਜੀਤ ਸਿੰਘ ਜੀ ਨੇ ਪੁੱਛਿਆ ਕਿ ਭਗਤ ਤੂੰ ਇਹ ਕੀ ਕਰਦਾ? ਤਾਂ ਭਗਤ ਸਿੰਘ ਨੇ ਬੜਾ ਸੋਹਣਾ ਉੱਤਰ ਦਿੱਤਾ ਕਿ ਚਾਚਾ ਜੀ, ਮੈਂ ਬੰਦੂਕਾਂ ਤੇ ਪਿਸਤੌਲ ਬੀਜ ਰਿਹਾ ਤਾਂ ਕਿ ਜਦੋਂ ਮੈਂ ਵੱਡਾ ਹੋਵਾਂ ਤਾਂ ਬਹੁਤ ਸਾਰੇ ਬੰਦੂਕਾਂ ਤੇ ਪਿਸਤੌਲ ਇਸ ਧਰਤੀ ਵਿੱਚ ਉੱਗ ਪੈਣ, ਜਿਸ ਕਰਕੇ ਉਹਨਾਂ ਦੀ ਮਦਦ ਦੇ ਨਾਲ ਅਸੀਂ ਆਪਣੇ ਦੇਸ਼ ਨੂੰ ਇਹਨਾਂ ਗੋਰਿਆਂ ਤੋਂ ਆਜ਼ਾਦ ਕਰਾ ਸਕੀਏ। ਤੇ ਦੋਸਤੋ, ਆਪਾਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸ਼ਹੀਦ ਸਰਦਾਰ ਭਗਤ ਸਿੰਘ ਦੇ ਮਨ ਵਿੱਚ ਆਪਣੇ ਦੇਸ਼ ਲਈ ਕਿੰਨਾ ਪਿਆਰ ਸੀ ਤੇ ਉਹ ਗੋਰਿਆਂ ਨਾਲ ਕਿੰਨੀ ਨਫ਼ਰਤ ਕਰਦੇ ਸੀ, ਜਿਹੜੇ ਕਿ ਬੇਕਸੂਰ ਲੋਕਾਂ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਸੀ। ਭਗਤ ਸਿੰਘ ਬਚਪਨ ਤੋਂ ਹੀ ਅੰਗਰੇਜ਼ਾਂ ਦੇ ਵਿਰੋਧੀ ਸਨ, ਇਸ ਲਈ ਉਹ ਅੰਗਰੇਜ਼ਾਂ ਦੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਵਿੱਦਿਆ ਨੂੰ ਨਹੀਂ ਹਾਸਲ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਦਇਆਨੰਦ ਵੈਦਿਕ ਹਾਈ ਸਕੂਲ ਵਿੱਚ ਦਾਖਲਾ ਲਿਆ ਤੇ ਆਪਣੀ ਸਕੂਲਿੰਗ ਕੰਪਲੀਟ ਹੋਣ ਤੋਂ ਬਾਅਦ 1923 ਵਿੱਚ ਉਹਨਾਂ ਨੇ ਕਾਲਜ ਜੁਆਇਨ ਕੀਤਾ ਤੇ ਕਾਲਜ ਦੇ ਦਿਨਾਂ ਵਿੱਚ ਉਹਨਾਂ ਨੇ ਡਰਾਮਾ ਕਰਨਾ ਸ਼ੁਰੂ ਕੀਤਾ ਤੇ ਉਸ ਡਰਾਮੇ ਰਾਹੀਂ ਹੀ ਉਹ ਨੌਜਵਾਨਾਂ ਨੂੰ ਦੇਸ਼ ਪ੍ਰਤੀ ਅਵੇਅਰ ਕਰਦੇ ਸਨ। ਜੋ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਸੀ, ਅੰਗਰੇਜ਼ ਧੱਕੇਸ਼ਾਹੀ ਕਰਦੇ ਸੀ, ਉਸ ਦਾ ਉਹ ਜੋ ਮੁਕਾਬਲਾ ਕਰਨ ਲਈ, ਉਸ ਦਾ ਵਿਰੋਧ ਕਰਨ ਲਈ ਉਹਨਾਂ ਨੂੰ ਉਹ ਪ੍ਰੇਰਿਤ ਕਰਦੇ ਸਨ। ਦੋਸਤੋ, ਭਗਤ ਸਿੰਘ ਨੇ ਜੋ 1919 ਵਿੱਚ ਜਲਿਆਂਵਾਲਾ ਬਾਗ ਕਾਂਡ ਹੋਇਆ ਸੀ ਅੰਮ੍ਰਿਤਸਰ ਵਿੱਚ, ਜਿੱਥੇ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਅੰਗਰੇਜ਼ਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਉਸ ਦਾ ਬਦਲਾ ਲੈਣ ਲਈ ਵੀ ਭਗਤ ਸਿੰਘ ਨੇ ਬਚਪਨ ਤੋਂ ਹੀ ਨਿਸ਼ਚਾ ਕਰ ਲਿਆ ਸੀ। ਕਿਉਂਕਿ ਉਸ ਸਮੇਂ ਭਗਤ ਸਿੰਘ ਸਿਰਫ 12 ਸਾਲ ਦੇ ਸਨ ਤੇ ਉਹ ਸਕੂਲ ਵਿੱਚ ਪੜ੍ਹਦੇ ਸੀ। ਉਹ 12 ਕਿਲੋਮੀਟਰ ਜਲਿਆਂਵਾਲਾ ਬਾਗ ਅੰਮ੍ਰਿਤਸਰ
ਤੁਰ ਕੇ ਗਏ, ਚੱਲ ਕੇ ਗਏ ਤੇ ਉਹਨਾਂ ਨੇ ਦੇਖਿਆ ਕਿ ਉੱਥੇ ਬਹੁਤ ਸਾਰੇ ਬੇਕਸੂਰ ਲੋਕ ਜਿਹੜੇ ਖੂਨ ਨਾਲ ਲੱਥਪੱਥ ਹੋਈਆਂ ਉਹਨਾਂ ਦੀਆਂ ਲਾਸ਼ਾਂ ਪਈਆਂ ਸੀ। ਬਹੁਤ ਸਾਰੇ ਲੋਕ ਖੂਹ ਵਿੱਚ ਛਾਲਾਂ ਮਾਰ ਕੇ ਮਰ ਚੁੱਕੇ ਸਨ ਤੇ ਉਹਨਾਂ ਨੇ ਧਰਤੀ ਦੇਖੀ ਖੂਨ ਨਾਲ ਜੋ ਬਿਲਕੁਲ ਲੱਥਪੱਥ ਸੀ। ਉਹਨਾਂ ਨੇ ਉਸ ਮਿੱਟੀ ਦੀ ਇੱਕ ਮੁੱਠ ਭਰ ਕੇ ਆਪਣੇ ਘਰੇ ਲੈ ਆਏ ਜੋ ਖੂਨ ਨਾਲ ਭਿੱਜੀ ਧਰਤੀ ਸੀ ਤੇ ਉਹਨਾਂ ਨੇ ਉਦੋਂ ਹੀ ਨਿਸ਼ਚਾ ਕੀਤਾ ਕਿ ਮੈਂ ਇਹਨਾਂ ਅੰਗਰੇਜ਼ਾਂ ਨੂੰ ਕਦੇ ਨਹੀਂ ਬਖਸ਼ੂੰਗਾ ਤੇ ਦੇਸ਼ ਦੇ ਵਿੱਚੋਂ ਇਹਨਾਂ ਨੂੰ ਕੱਢ ਕੇ ਹੀ ਸਾਹ ਲਊਂਗਾ। ਤੇ ਉਹਨਾਂ ਨੇ ਇਸ ਘਟਨਾ ਦਾ ਬਦਲਾ ਲੈਣ ਲਈ 17 ਦਸੰਬਰ 1928 ਨੂੰ ਸਾਂਡਰਸ ਨੂੰ ਮਾਰਿਆ ਤੇ ਆਪਣੇ ਜਿਹੜਾ ਜ਼ਿਲ੍ਹਿਆਂਵਾਲਾ ਬਾਗ ਵਿੱਚ ਉਹਨਾਂ ਨੇ ਇਹ ਬਹੁਤ ਧੱਕਾ ਕੀਤਾ ਸੀ, ਲੋਕਾਂ ਨਾਲ ਬੇਕਸੂਰ ਲੋਕਾਂ ਨੂੰ ਮਾਰਿਆ ਸੀ, ਉਹਦਾ ਬਦਲਾ ਵੀ ਲਿਆ। ਦੋਸਤੋ, ਅੰਗਰੇਜ਼ ਮਜ਼ਦੂਰਾਂ ਦੇ ਵਿਰੋਧ ਵਿੱਚ ਇੱਕ ਬਿੱਲ ਪਾਸ ਕਰਨਾ ਚਾਹੁੰਦੇ ਸਨ, ਪਰ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਤੇ ਉਸਦੇ ਸਾਥੀਆਂ ਨੂੰ ਇਹ ਬਿੱਲ ਮਨਜ਼ੂਰ ਨਹੀਂ ਸੀ। ਇਸ ਬਿੱਲ ਦਾ ਵਿਰੋਧ ਕਰਨ ਲਈ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ 8 ਅਪ੍ਰੈਲ 1929 ਨੂੰ ਬੰਬ ਸਿੱਟੇ ਤੇ ਬੰਬ ਸਿੱਟਣ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ। ਉਹਨਾਂ ਨੇ ਬੰਬ ਉਸ ਜਗ੍ਹਾ ਵਿੱਚ ਸਿੱਟੇ ਜਿੱਥੇ ਕਿਸੇ ਨੂੰ ਨੁਕਸਾਨ ਨਾ ਪਹੁੰਚ ਸਕੇ ਤੇ ਉਹਨਾਂ ਨੇ ਬਾਅਦ ਵਿੱਚ ਇਹ ਵੀ ਪੂਰਾ ਕਲੀਅਰ ਕੀਤਾ ਕਿ ਜੇ ਉਹ ਬੰਬ ਸਿੱਟਣਾ ਚਾਹੁੰਦੇ ਜਾਂ ਕਿਸੇ ਦੀ ਜਾਨ ਲੈਣਾ ਚਾਹੁੰਦੇ ਤਾਂ ਉਹ ਅਸੈਂਬਲੀ ਵਿੱਚ ਲੋਕਾਂ ਦੇ ਉੱਪਰ ਬੰਬ ਸਿੱਟਦੇ, ਪਰ ਉਹਨਾਂ ਨੇ ਖਾਲੀ ਜਗ੍ਹਾ ਤੇ ਬੰਬ ਸਿੱਟੇ। ਉਹਨਾਂ ਦੇ ਬੰਬ ਸਿੱਟਣ ਦਾ ਸਿਰਫ ਮਕਸਦ ਇੰਨਾ ਸੀ ਕਿ ਉਹ ਬੋਲੇ ਅੰਗਰੇਜ਼ਾਂ ਨੂੰ ਜਗਾਉਣਾ ਚਾਹੁੰਦੇ ਸਨ, ਉਹਨਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਭਾਰਤੀ ਅਜੇ ਤੱਕ ਜਾਗਦੇ ਜ਼ਮੀਰ ਵਾਲੇ ਆ, ਉਹ ਆਪਣੇ ਹੱਕਾਂ ਲਈ ਲੜ ਸਕਦੇ ਆ ਤੇ ਉਹ ਆਪਣੇ ਲੋਕਾਂ ਦਾ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਧੱਕਾ ਉਹ ਨਹੀਂ ਹੁਣ ਸਹਿਣ ਕਰਨਗੇ। ਸੋ ਉਹਨਾਂ ਨੇ ਇਸੇ ਲਈ ਹੀ ਇਹ ਬੰਬ ਸਿੱਟੇ ਸਨ। ਦੋਸਤੋ, ਬੰਬ ਸਿੱਟਣ ਤੋਂ ਬਾਅਦ ਉਹਨਾਂ ਨੇ ਉੱਥੇ ਖੜ ਕੇ ਹੀ ਫਿਰ ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ ਤੇ ਉਹ ਉੱਥੋਂ ਭੱਜੇ ਨਹੀਂ, ਉੱਥੇ ਖੜ ਗਏ ਤੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਅਰੈਸਟ ਹੋਣ ਤੋਂ ਬਾਅਦ ਉਹ ਜੇਲ੍ਹ ਵਿੱਚ ਚਲੇ ਗਏ ਤੇ ਜੇਲ੍ਹ ਵਿੱਚ ਜਾ ਕੇ ਉਹਨਾਂ ਨੇ ਦੇਖਿਆ ਕਿ ਜੇਲ੍ਹ ਦੇ ਜਿਹੜੇ ਅੰਦਰ ਕੈਦੀ ਰਹਿੰਦੇ ਆ ਉਹਨਾਂ ਦੀ ਹਾਲਤ ਵੀ ਬਹੁਤ ਬੁਰੀ ਆ। ਇਸੇ ਕਰਕੇ ਹੀ ਉਹਨਾਂ ਨੇ ਫਿਰ ਲਗਭਗ 2 ਮਹੀਨੇ ਜਿਹੜੀ ਭੁੱਖ ਹੜਤਾਲ ਉੱਥੇ ਕਰਤੀ ਸੀ ਜੇਲ੍ਹ ਵਿੱਚ, ਜਿਸ ਕਰਕੇ ਫਿਰ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਤੇ ਜੇਲ੍ਹ ਦੇ ਜਿਹੜੇ ਹਾਲਾਤ ਸੀ ਉਹਨਾਂ ਨੂੰ ਸੁਧਾਰਨ ਲਈ ਉਹਨਾਂ ਨੂੰ ਕੈਦੀਆਂ ਦੀਆਂ ਗੱਲਾਂ ਮੰਨਣੀਆਂ ਵੀ ਪਈਆਂ ਤੇ ਇਸੇ ਤਰ੍ਹਾਂ ਫਿਰ ਉਹਨਾਂ ਨੇ ਜੇਲ੍ਹ ਦੇ ਵਿੱਚ ਵੀ ਸੁਧਾਰ ਕੀਤਾ। ਜਿਵੇਂ ਉਹਨਾਂ ਨੂੰ ਕਿਤਾਬਾਂ ਦੀ ਲੋੜ ਸੀ, ਕੈਦੀਆਂ ਨੂੰ ਕਿਤਾਬਾਂ ਦਿੱਤੀਆਂ, ਖਾਣਾ ਬਹੁਤ ਗੰਦਾ ਮਿਲਦਾ ਸੀ, ਫਿਰ ਉਹ ਖਾਣਾ ਵੀ ਉਹਨਾਂ ਨੂੰ ਵਧੀਆ ਮਿਲਣ ਲੱਗ ਪਿਆ। ਦੋਸਤੋ, ਜਦੋਂ ਸਰਦਾਰ ਭਗਤ ਸਿੰਘ ਨੂੰ ਫਾਂਸੀ ਹੋਣ ਵਾਲੀ ਸੀ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਪ੍ਰਾਣ ਨਾਥ ਮਹਿਤਾ, ਜੋ ਕਿ ਭਗਤ ਸਿੰਘ ਦੇ ਬਹੁਤ ਵਧੀਆ ਮਿੱਤਰ ਤੇ ਵਕੀਲ ਸਨ, ਉਹ ਮਿਲਣ ਗਏ ਤੇ ਉਹਨਾਂ ਨੇ ਦੱਸਿਆ ਕਿ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਜਦੋਂ ਉਹ ਮਿਲਣ ਗਏ ਉਹਨਾਂ ਨੂੰ, ਉਹ ਵੀ ਇੱਕ ਕਿਤਾਬ ਲੈ ਕੇ ਗਏ ਸਨ ਜੋ ਕੁਝ ਸਮਾਂ ਪਹਿਲਾਂ ਭਗਤ ਸਿੰਘ ਨੇ ਉਹਨਾਂ ਤੋਂ ਮੰਗਵਾਈ ਸੀ। ਤੇ ਸਭ ਤੋਂ ਪਹਿਲਾਂ ਉਹਨਾਂ ਦਾ ਕੁਐਸਚਨ ਇਹ ਸੀ ਭਗਤ ਸਿੰਘ ਦਾ ਕਿ ਮਹਿਤਾ ਜੀ, ਜੋ ਤੁਹਾਨੂੰ ਮੈਂ ਬੁੱਕ ਕਹੀ ਸੀ ਲੈ ਕੇ ਉਹਨੂੰ ਤੁਸੀਂ ਲੈ ਕੇ ਆਏ ਆ। ਤੇ ਅੰਦਰ ਜਦੋਂ ਮੈਂ ਉਹ ਬੁੱਕ ਉਹਨਾਂ ਨੂੰ ਦਿੱਤੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏ ਤੇ ਜਿਹੜੇ ਜੇਲ੍ਹ ਦੇ ਜੇਲਰ ਸਨ, ਲਾਹੌਰ ਜੇਲ੍ਹ ਦੇ ਚਤੁਰ ਸਿੰਘ, ਉਹਨਾਂ ਨੇ ਵੀ ਦੱਸਿਆ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਹੋਣ ਵਾਲੀ ਸੀ ਤੇ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਜਦੋਂ ਉਹਨਾਂ ਨੂੰ ਮੈਂ ਆਵਾਜ਼ ਮਾਰੀ ਕਿ ਭਗਤ ਸਿੰਘ ਜੀ ਤੁਹਾਨੂੰ ਫਾਂਸੀ ਹੋਣ ਵਾਲੀ ਹੈ, ਤੁਸੀਂ ਤਿਆਰ ਹੋ ਜਾਓ, ਤੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ, ਮੈਨੂੰ ਕੁਝ ਸਮਾਂ ਦਿਓ, ਮੈਂ ਤਿਆਰ ਹੁੰਨਾ। ਤੇ ਉਹ ਫਿਰ ਉਸ ਤੋਂ ਬਾਅਦ ਉੱਠ ਕੇ ਖੜੇ ਹੋ ਗਏ ਤੇ ਨਾਲ ਚੱਲ ਪਏ ਬਿਨਾਂ ਕੋਈ ਸਵਾਲ ਪੁੱਛੇ ਤੋਂ। ਦੋਸਤੋ, ਬਹੁਤ ਸਾਰੇ ਇਤਿਹਾਸਕਾਰਾਂ ਨੇ ਵੀ ਇਹ ਗੱਲ ਕਹੀ ਆ ਕਿ ਅੰਗਰੇਜ਼ਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਭਗਤ ਸਿੰਘ ਸਾਡੇ ਤੋਂ ਮਾਫੀ ਮੰਗ ਲਏ ਤਾਂ ਅਸੀਂ ਉਸ ਨੂੰ ਜਿਹੜੀ ਫਾਂਸੀ ਦੀ ਸਜ਼ਾ ਉਹ ਮਾਫ ਕਰ ਸਕਦੇ ਹਾਂ, ਪਰ ਭਗਤ ਸਿੰਘ ਆਪਣੇ ਨਿਸ਼ਚੇ ਦਾ ਪੱਕਾ ਸੀ, ਉਹਨੇ ਇਹ ਗੱਲ ਕਹੀ ਕਿ ਉਹ ਕਦੇ ਵੀ ਅੰਗਰੇਜ਼ਾਂ ਤੋਂ ਮਾਫੀ ਨਹੀਂ ਮੰਗੂਗਾ, ਉਹ ਆਪਣੇ ਦੇਸ਼ ਲਈ ਜਾਨ ਵਾਰੂਗਾ ਤੇ ਉਹਨਾਂ ਦੀ ਜਾਨ ਦਾ ਇੰਨਾ ਮੁੱਲ ਪਊਗਾ, ਤੁਸੀਂ ਸਿਰਫ ਇੱਕ ਭਗਤ ਸਿੰਘ ਨੂੰ ਮਾਰੋਗੇ, ਇੱਥੇ ਲੱਖਾਂ ਕਰੋੜਾਂ ਭਗਤ ਸਿੰਘ ਪੈਦਾ ਹੋ ਜਾਣਗੇ ਜਿਹੜੇ ਤੁਹਾਨੂੰ ਇਸ ਦੇਸ਼ ਦੇ ਵਿੱਚੋਂ ਕੱਢ ਕੇ ਤੇ ਦੇਸ਼ ਨੂੰ ਆਜ਼ਾਦ ਕਰਾਉਣਗੇ। ਦੋਸਤੋ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਜਿਹੜੀ ਵੈਸੇ ਅਦਾਲਤ ਨੇ 24 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦੇਣ ਦੀ ਜਿਹੜੀ ਆ ਡੇਟ ਮੁਕਰਰ ਕੀਤੀ ਸੀ, ਤੈਅ ਕੀਤੀ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸਨ ਫਾਂਸੀ ਲਈ ਰਾਜਗੁਰੂ ਤੇ ਸੁਖਦੇਵ, ਇਹਨਾਂ ਤਿੰਨਾਂ ਨੂੰ 24 ਮਾਰਚ 1931 ਨੂੰ ਫਾਂਸੀ ਹੋਣੀ ਸੀ। ਪਰ ਅੰਗਰੇਜ਼ ਸਰਕਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਤੋਂ ਇੰਨਾ ਜ਼ਿਆਦਾ ਡਰ ਗਏ ਸੀ, ਘਬਰਾ ਗਏ ਸੀ ਕਿ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਜੇ ਹੋਰ ਜਿਉਂਦੇ ਰਹਿ ਗਏ ਤਾਂ, ਕਿਉਂਕਿ ਉਹਨਾਂ ਦੀ ਜਿਹੜੀ ਸੋਚ ਸੀ, ਉਹਨਾਂ ਦਾ ਜਜ਼ਬਾ ਸੀ, ਉਸ ਨੂੰ ਵੇਖ ਕੇ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਤੇ ਇਸੇ ਕਰਕੇ ਹੀ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ 23 ਮਾਰਚ 1931 ਨੂੰ ਹੀ ਫਾਂਸੀ ਦੇਤੀ। ਉਸ ਸਮੇਂ ਭਗਤ ਸਿੰਘ ਦੀ ਉਮਰ ਸਿਰਫ 23 ਸਾਲ 5 ਮਹੀਨੇ ਤੇ 26 ਦਿਨ ਸੀ
ਤੇ ਦੋਸਤੋ ਉਹਨਾਂ ਨੂੰ 7 ਵਜੇ ਫਾਂਸੀ ਦਿੱਤੀ ਗਈ ਸੀ। ਦੋਸਤੋ ਜਦੋਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਦੋ ਸਾਥੀ ਰਾਜਗੁਰੂ ਤੇ ਸੁਖਦੇਵ ਨੂੰ ਉਹਨਾਂ ਦੀ ਆਖਰੀ ਇੱਛਾ ਪੁੱਛੀ ਗਈ ਕਿ ਤੁਹਾਡੀ ਆਖਰੀ ਇੱਛਾ ਕੀ ਆ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਿੰਨੋਂ ਜਾਣੇ ਗਲੇ ਮਿਲਣਾ ਚਾਹੁੰਦੇ ਆ। ਸੋ ਇਸ ਤੇ ਉਹਨਾਂ ਦੇ ਜਿਹੜੇ ਹੱਥ ਖੋਲ੍ਹਤੇ ਤੇ ਉਹ ਗਲੇ ਮਿਲੇ ਤੇ ਇਸ ਤੋਂ ਬਾਅਦ ਉਹਨਾਂ ਤਿੰਨਾਂ ਨੇ ਜਿਹੜੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਉਹ ਫਾਂਸੀ ਚੜ੍ਹ ਗਏ ਤੇ ਉਹ ਹੱਸਦੇ ਹੱਸਦੇ ਦੇਸ਼ ਲਈ ਆਪਣੀ ਜਾਨ ਵਾਰ ਗਏ। ਪਰ ਅੰਗਰੇਜ਼ ਸਰਕਾਰ ਉਹਨਾਂ ਤੋਂ ਬਾਅਦ ਇੰਨਾ ਜ਼ਿਆਦਾ ਡਰ ਗਈ ਸੀ ਕਿ ਉਹਨਾਂ ਨੇ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਸਤਲੁਜ ਦੇ ਕਿਨਾਰੇ ਫਿਰੋਜ਼ਪੁਰ ਵਿਖੇ ਉੱਥੇ ਸੰਸਕਾਰ ਕਰਤਾ। ਤੇ ਪਰ ਉਹਨਾਂ ਦੀ ਜਿਹੜੀ ਇਸ ਸ਼ਹਾਦਤ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜੀ ਇਨਕਲਾਬ ਦੀ ਲਹਿਰ ਪੂਰੀ ਤਰ੍ਹਾਂ ਫੈਲ ਗਈ। ਆਖਰ ਉਹ ਦਿਨ ਆ ਗਿਆ ਜਦੋਂ 15 ਅਗਸਤ 1947 ਨੂੰ ਜਿਹੜੇ ਗੋਰੇ ਸੀ, ਅੰਗਰੇਜ਼ ਸੀ, ਇਸ ਦੇਸ਼ ਦੇ ਵਿੱਚ ਕੱਢ ਦਿੱਤੇ ਗਏ ਤੇ ਸਾਡਾ ਦੇਸ਼ ਹਮੇਸ਼ਾ ਲਈ ਆਜ਼ਾਦ ਹੋ ਗਿਆ। ਪਰ ਦੋਸਤੋ ਕਹਿੰਦੇ ਆ ਕਿ ਸ਼ਹੀਦ ਚਲੇ ਜਾਂਦੇ ਆ, ਉਹਨਾਂ ਦੀ ਜਿਹੜੀ ਸੋਚ ਆ ਉਹ ਹਮੇਸ਼ਾ ਜਿੰਦਾ ਰਹਿੰਦੀ ਆ। ਸੋ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅੱਜ ਵੀ ਸਾਡੇ ਹਰ ਇੱਕ ਦੇ ਨੌਜਵਾਨ ਦੇ ਦਿਲ ਵਿੱਚ ਵਸੇ ਹੋਏ ਆ। ਸੋ ਸਾਨੂੰ ਵੀ ਸਭ ਨੂੰ ਉਹਨਾਂ ਵਰਗੀ ਸੋਚ ਬਣਾਉਣ ਦੀ ਲੋੜ ਆ, ਉਹਨਾਂ ਵਾਂਗ ਕਿਤਾਬਾਂ ਪੜ੍ਹਨ ਦਾ ਸ਼ੌਂਕ ਪਾਉਣਾ ਚਾਹੀਦਾ। ਸੋ चले बहुत अच्छा, बड़ा अच्छा उन्होंने बड़ा डिटेल में उन्होंने बना के हैं, कभी जबरदस्त है। और उनके भी अगर अपने साथियों में से किसी ने मेरे में मुखबरी कर दी थी या कोई धोखा दिया था तो ये पकड़े गए। इतना इन्हें मोहलत नहीं मिली, जो कुछ वो करना चाहते थे और जितना वो उनकी प्लानिंग ही चल रही थी कि वो बम बनाएंगे और अंग्रेज़ों को जो है वो नुकसान पहुँचाएंगे ज़्यादा से ज़्यादा। नहीं, ये तो खुद ही गिरफ्तार हुए थे, जाके खुद ही गिरफ्तारी दी थी भगत सिंह ने। हाँ, जब उन्होंने वो बम वो जो एक मारा था तो वहां से भागे नहीं थे ना, ये वहाँ खड़े रहे थे। हाँ, तो लेकिन वो दस्ती बम एक किस्म का जानबूझ के उन्होंने बनाया था कि एवं यानी कि डरावे के लिए। तो वो फिर वहां से भाग सकते थे, हालांकि उनके पास टाइम था क्योंकि स्मोक बम था। तो सारे एकदम से यानी कि तितर बितर नहीं हुए थे, एकदम से भागते हैं हड़बड़ी में, तो वो भाग सकते थे, उनके पास टाइम था। लेकिन उनका मकसद ये था कि उन्होंने वही वाली बात है कि जिस तरह उन्होंने एंड पे भी उन्हें कहा गया है, ये चीज़ यानी कि ऑप्शन दी गई थी कि आप माफ़ी मांग लें। माफ़ी तो नहीं मांगी थी, तो उन्होंने पहले ही वो देख लिया हुआ था, डिसाइड कर लिया हुआ था कि ये मकसद ही ये था कि अगर मैं मरूंगा नहीं ना, शहादत इस तरह से होगी नहीं मेरी, तो कौम नहीं जागेगी। अगर ऐसी मॉब में मार दिया जाता तो फिर पता नहीं चलना था। तो वो एक किस्म का उन्होंने प्लान करके अपनी यानी कि खुद मुकर्रर की थी कि मैं मरना मेरे लिए ज़रूरी है, ताकि आगे वाली जो आने वाली नस्लें हैं वो फिर इनकलाब लेके आए, उसमें यानी कि एक ऐसी लहर जले या वो एक जज्बा पैदा हो कि जिसकी वजह से वो आगे यानी कि चल के तो मेरे जैसे जैसे कहते हैं ना कि और भगत सिंह पैदा हो, तो वो फिर वही हुआ। अच्छा, मैंने एक जो वाक्य सुना था ना, वो एक इन्हीं के साथी थे शायद, उनका नाम था आका बेदार बख्त, शायद आका बेदार, लाहौर में रहते थे, एडवोकेट थे। ये जहाँ लाहौर होटल है ना, वहाँ फ्लेमिंग रोड पे उनकी बहुत बड़ी हवेली होती थी, काफ़ी लंबी चौड़ी, उस पर उनका बोर्ड लगा होता था। तो एक दफ़ा शिजान में हम थे, कोई अदबी तकरीब थी, वहाँ वो बैठे हुए थे, काफ़ी बूढ़े बुजुर्ग, मतलब हम उस वक्त उन्होंने देखा, उन्होंने बताया था कि वो भी भगत सिंह के साथी रहे थे। अच्छा। हाँ, और वो ये कहते हैं कि जब दरिया रावी के किनारे पे ये लोग बम बना के ना उसके तजुर्बे किया करते थे लाहौर में, तो पता नहीं एक कोई बम फट गया था, तो इनका अपना ही कोई साथी भी शहीद हो गया था उस वक्त तजुर्बे के दौरान। तो वो शहीद जब हुआ था तो ये बाकी सब लोग भाग गए थे, डर के मारे भाग गए थे वहाँ से। तो कुछ इस तरह का वाक्य भी उन्होंने बताया था। तो ऐसे हुए होंगे, बहुत सारे ऐसे वाकयात हैं भाई। हमें तो असल में वो चीज़ें पता चलती है ना जो हाईलाइट हुई। हाँ, बहुत सारी ऐसी चीज़ें हैं जो उनके साथ रहने वाले ही हैं या अब तक अगर वो जिंदा हों, जैसे आपको अच्छा एक यानी कि मौका मिला कि ऐसे इंसान जो कि अभी तक जिंदा थे, नहीं तो वो भी कम से कम 80-90 साल के होंगे। अल्लाह जिंदगी है। ये भी बात जो मैं बात बता रही हूँ यहाँ से 30 साल पहले की है, उस वक्त तक वो काफ़ी ज़ईफ थे। वही बता रहा हूँ ना कि बैठे हुए थे, तो हम लोग चूँकि राइटर थे, हम नए उसमें फील्ड में आए थे, तो वहाँ अदबी तकरीबें हुआ करती थी, जो बल्कि वो अब
वो शीजान भी अब नहीं है, क्योंकि वो था वो जहाँ पे फजलुद्दीन रीगल चौक के पास माल रोड पे, हाँ, तो बिल्डिंग में ना, तो वो अब तो उसको भी आग लग गई थी, वो भी खत्म हो गया था, जो रेस्टोरेंट था। तो वो उस वक्त वो एक बुजुर्ग से बैठे थे, तो हम उनके पास बैठ गए, तो उन्होंने अपना जब तारुफ कराया तो उन्होंने कहा कि मैं भगत सिंह का साथी रहा हूँ। तो इस तरह हम लोगों ने वो तजुर्बा किया था रावी के किनारे जाके ना, वो बम बना के, तो हम उसको तजुर्बे करते थे। तो एक साथी के पता नहीं हाथ में फट गया था या बनाते हुए कुछ फट गया था, तो वहाँ मर गया था। फिर बाकी सब लोग वहाँ से भाग गए थे। इस तरह वो होगा ऐसा भी। हम वही बता रहा हूँ कि असल में इतना पुराना वाकया है। अब जैसे इसीलिए मैं कहता हूँ कि हिस्ट्री में 1931 में तो उनको फांसी दे दी गई है, तो 100 साल तो इस वाकये को ही हो गए, बल्कि ज़्यादा ही हो गया ऐसे बहुत सारे होंगे और भी वाकयात। हमें तो सिर्फ ज़्यादातर जो डॉक्यूमेंट्रियाँ बनती हैं वो तो इस चीज़ पे बनती है ना कि उनका लाइफ में शुरू कहाँ से हुए, फिर उनका वजह क्या बनी कि उनका ध्यान इस तरफ आया क्यों, और उसके बाद चचा की वजह से, हाँ चचा हो गए, फिर उसके बाद वो जो वाकया हो गया जलियांवाला बाग का, वो उन्होंने बहुत दिल पे ले लिया और उसकी वजह से बहुत ज़्यादा यानी कि वो हुए, तो चेंज होना ज़ेन उनका। तो वो तो शुरू से तो वहाँ से था ना, वो जहाँ पे उन्होंने जाके उगाने की कोशिश की, वो इसलिए कि वो घर में वो चचा उनके अक्सर गिरफ्तार हुआ करते थे। वो चचा उनके वो थे ना उस वक्त इनकलाब, तो उनको देख के उन्हें वो ख्याल आया था कि असला जो है शायद उग जाएगा, अगर हम बीज डालते हैं तो गंदम उगती है, तो अगर हम असला बीजेंगे तो वो भी। बड़े लोग जो होते हैं उनके बचपन से ही सोच जो है बड़ी होती है, और अल्लाह ने उनको खास तौर से खास काम लेने के लिए दुनिया में भेजा, ऐसा ही है, मकसद के तहत भेजा होता। ये भी ऐसे थे। और अच्छा ये एक और भी बात है, वो मकसद की फिर उम्र भी बड़ी ऐसी छोटी ही होती है ज़्यादातर। अगर देखा जाए जितने भी विजनरी या जितने भी यानी कि बहुत मास्टरमाइंड और ऐसे यानी कि आइकॉनिक जितने भी यानी कि किरदार रहे हैं ना, काम के लिए भेजा गया होता है, बस जब पूरा होता है फिर वापस चले जाते हैं, रहते वो सदा है, हाँ, हमेशा वो अमर रह जाते हैं, नाम उनका हमेशा के लिए। ले जी, आज हमने सोचा है एक दफ़ा फिर बनाते हैं भगत सिंह शहीद। उनकी शहादत का दिन था तो हमने याद किया है, हमने अब भी याद करेंगे। देखें इंशाल्लाह मुलाकात होती है अगली वीडियो में, तब तक के लिए अपना ख्याल रखें, तो और में थे। अल्लाह हाफ़िज़।